Good morning 8th class. My name is Mandeep Kaur. This is part 2 video for your first chapter of history. So continue with the topic industrial revolution. हाँ जी ਆਪਾਂ ਇੰਡਸਟਰੀਅਲ ਰੈਵੋਲੂਸ਼ਨ ਦੇ ਨਾਲ ਕੰਟੀਨਿਊ ਕਰਦੇ ਹਾਂ ਬੇਟਾ। ਇੰਡਸਟਰੀਅਲ ਰੈਵੋਲੂਸ਼ਨ ਹੁੰਦਾ ਹੈ ਉਦਯੋਗਿਕ ਕ੍ਰਾਂਤੀ। ਕਹਿੰਦੇ ਦ ਇੰਡਸਟਰੀਅਲ ਰੈਵੋਲੂਸ਼ਨ ਵਾਜ਼ ਐਨ ਇਕਨੋਮਿਕ ਰੈਵੋਲੂਸ਼ਨ। ਜਿਹੜਾ ਉਦਯੋਗਿਕ ਜਿਹੜੀ ਕ੍ਰਾਂਤੀ ਹੈ ਇਹ ਕਹਿੰਦੇ ਇੱਕ ਤਰ੍ਹਾਂ ਨਾਲ ਆਰਥਿਕ ਕ੍ਰਾਂਤੀ ਸੀਗੀ ਦੈਟ ਸਟਾਰਟਡ ਇਨ ਬ੍ਰਿਟੇਨ ਅਰਾਊਂਡ 1750 ਜਿਹੜੀ ਕਿ ਬ੍ਰਿਟੇਨ ਦੇ ਵਿੱਚ ਸ਼ੁਰੂ ਹੋਈ ਅਤੇ 1750 ਦੇ ਵਿੱਚ ਸ਼ੁਰੂ ਹੋਈ ਹੈ। ਐਕਸਪਲੋਰਰਸ ਲਾਈਕ ਵਾਸਕੋ ਡੀ ਗਾਮਾ ਐਂਡ ਕੋਲੰਬਸ ਹੈਡ ਆਲਰੇਡੀ ਡਿਸਕਵਰਡ ਸੀ ਰੂਟਸ। ਕਹਿੰਦੇ ਜਿਹੜੇ ਵਾਸਕੋ ਡੀ ਗਾਮਾ ਸੀਗੇ ਅਤੇ ਕੋਲੰਬਸ ਸੀਗੇ, ਠੀਕ ਹੈ ਜੀ, ਉਹਨਾਂ ਨੇ ਕਿਹਦੀ ਖੋਜ ਕਰ ਲਈ ਸੀ ਬੇਟਾ ਕਿ ਸਮੁੰਦਰੀ ਇੱਕ ਰਸਤੇ ਦੀ ਖੋਜ ਕਰ ਲਈ ਸੀ ਜਿਹੜਾ ਕਿ ਕਿੱਧਰ ਨੂੰ ਜਾਂਦਾ ਸੀ, ਈਸਟ ਡਾਇਰੈਕਸ਼ਨ ਦੇ ਵੱਲ ਜਾਂਦਾ ਸੀ, ਠੀਕ ਹੈ ਜੀ। ਐਂਡ ਟੂ ਦ ਅਮਰੀਕਨਸ ਇਨ ਦ 15th ਐਂਡ 16th ਸੈਂਚੁਰੀਜ਼। ਅਤੇ ਜਿਹੜੇ ਅਮਰੀਕਾ ਦੇ ਲੋਕ ਸੀਗੇ, ਠੀਕ ਹੈ ਜੀ, ਉਹਨਾਂ ਨੇ 15ਵੀਂ ਅਤੇ 16ਵੀਂ ਸਦੀ ਦੇ ਵਿੱਚ ਖੋਜ ਕਰ ਲਈ ਸੀ ਸੀ ਰੂਟ ਦੀ। ਕਹਿੰਦੇ ਦਿਸ ਲੀਡ ਟੂ ਐਨ ਐਕਸਪੈਂਸ਼ਨ ਇਨ ਟ੍ਰੇਡ। ਇਹਦੇ ਨਾਲ ਕੀ ਹੋਇਆ, ਵਪਾਰ ਦੇ ਵਿੱਚ ਵਾਧਾ ਹੋਇਆ, ਸਮੁੰਦਰੀ ਰਸਤੇ ਦੇ ਥਰੂ ਵਪਾਰ ਜ਼ਿਆਦਾ ਤੇਜ਼ ਹੋ ਗਿਆ। ਕਹਿੰਦੇ ਐਜ਼ ਦਾ ਡਿਮਾਂਡ ਫॉर ਦੀ ਮੋਰ ਪ੍ਰੋਡਕਟ ਗ੍ਰੋ, ਮਤਲਬ ਕਿ ਜਿਵੇਂ ਜਿਵੇਂ ਡਿਮਾਂਡ ਵੱਧਦੀ ਗਈ ਕਿ ਹਾਂਜੀ ਹੋਰ ਜ਼ਿਆਦਾ ਵਸਤੂਆਂ ਉਗਾਓ, ਹੋਰ ਜ਼ਿਆਦਾ ਵਸਤੂਆਂ ਪ੍ਰੋਡਿਊਸ ਕਰੋ। ਦਾ ਓਲਡ ਡੋਮੈਸਟਿਕ ਸਿਸਟਮ, ਕਿ ਜਿਹੜਾ ਪਹਿਲਾਂ ਡੋਮੈਸਟਿਕ ਸਿਸਟਮ ਹੁੰਦਾ ਸੀ ਘਰਾਂ ਦੇ ਵਿੱਚ ਹੀ ਕੀ ਹੈ ਜਿਹੜੀਆਂ ਵਸਤੂਆਂ ਪ੍ਰੋਡਿਊਸ ਕੀਤੀਆਂ ਜਾਂਦੀਆਂ ਸੀਗੀਆਂ, ਠੀਕ ਹੈ, ਕਹਿ ਲਓ ਕਿਹਦੀ ਹੈਲਪ ਦੇ ਨਾਲ, ਸਿੰਪਲ ਟੂਲਸ ਦੀ ਹੈਲਪ ਦੇ ਨਾਲ। ਜਿਹੜੇ ਘਰੇ ਸੰਦ ਹੁੰਦੇ ਸੀ ਉਹਨਾਂ ਦੀ ਹੈਲਪ ਦੇ ਨਾਲ, ਘਰੇ ਹਥਿਆਰ ਹੁੰਦੇ ਸੀ ਛੋਟੇ ਛੋਟੇ ਕਹਿ ਲਓ, ਠੀਕ ਹੈ ਜੀ। ਕਹਿੰਦੇ ਉਹ ਟੂਲਸ ਦੀ ਹੈਲਪ ਦੇ ਨਾਲ ਉਹ ਕੀ ਕਰਦੇ ਸੀ, ਪਹਿਲਾਂ ਗੁਡਸ ਪ੍ਰੋਡਿਊਸ ਕਰਦੇ ਸੀ। ਕਹਿੰਦੇ ਸਿੰਪਲ ਟੂਲਸ ਵਾਜ਼ ਰਿਪਲੇਸਡ ਬਾਈ ਦਾ ਫੈਕਟਰੀ ਸਿਸਟਮ। ਪਰ ਹੁਣ ਇਹਨੂੰ ਕਿਹਨੇ ਰਿਪਲੇਸ ਕਰਤਾ ਬੇਟਾ, ਫੈਕਟਰੀ ਸਿਸਟਮ ਨੇ ਰਿਪਲੇਸ ਕਰਤਾ। ਹੁਣ ਫੈਕਟਰੀਜ਼ ਆ ਗਈਆਂ। ਕਹਿੰਦੇ ਵੇਅਰ ਲਾਰਜ ਮਸ਼ੀਨ ਨਾਓ ਪ੍ਰੋਡਿਊਸਡ, ਜਿੱਥੇ ਹੁਣ ਜਿਹੜੀਆਂ ਵੱਡੀਆਂ ਮਸ਼ੀਨਾਂ ਨੇਗੀਆਂ, ਕਹਿੰਦੇ ਉਹ ਕੀ ਪ੍ਰੋਡਿਊਸ ਕਰਦੀਆਂ ਨੇ, ਮੱਚ ਮੋਰ ਆਫ ਦੀ ਸੇਮ ਪ੍ਰੋਡਕਟ, ਮਤਲਬ ਉਹੀ ਪ੍ਰੋਡਕਟ ਨੂੰ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚੋਂ ਪ੍ਰੋਡਿਊਸ ਕਰ ਰਹੀਆਂ ਨੇਗੀਆਂ, ਠੀਕ ਹੈ ਜੀ। ਸਪੀਡ ਬਹੁਤ ਫਾਸਟਰ ਹੈ ਐਂਡ ਅ ਫਰੈਕਸ਼ਨ ਆਫ ਦੀ ਕੋਸਟ ਵੀ ਬਹੁਤ ਜ਼ਿਆਦਾ ਘੱਟ ਹੈ ਪਹਿਲਾਂ ਨਾਲੋਂ। ਦ ਇੰਡਸਟਰੀਅਲ ਰੈਵੋਲੂਸ਼ਨ ਕੰਪਲੀਟਲੀ, ਕਹਿੰਦੇ ਜਿਹੜੀ ਇਹ ਉਦਯੋਗਿਕ ਕ੍ਰਾਂਤੀ ਸੀ ਇਹਨੇ ਪੂਰੀ ਤਰ੍ਹਾਂ ਦੇ ਨਾਲ ਚੇਂਜਡ ਦਾ ਵੇ ਪੀਪਲ ਲਿਵ, ਲੋਕਾਂ ਦੀ ਰਹਿਣੀ ਸਹਿਣੀ ਨੂੰ ਬਦਲਤਾ। ਵਨ ਆਫ ਦਾ ਮੋਸਟ ਇੰਪੋਰਟੈਂਟ ਰਿਜ਼ਲਟ ਆਫ ਦ ਇੰਡਸਟਰੀਅਲ ਰੈਵੋਲੂਸ਼ਨ, ਕਹਿੰਦੇ ਸਭ ਤੋਂ ਜਿਹੜਾ ਮਹੱਤਵਪੂਰਨ ਰਿਜ਼ਲਟ ਸੀਗਾ, ਠੀਕ ਹੈ ਜੀ, ਉਦਯੋਗਿਕ ਕ੍ਰਾਂਤੀ ਦਾ, ਵਾਜ਼ ਦੀ ਗਰੋਥ ਆਫ ਕਲੋਨੀਅਲਿਜ਼ਮ। ਕਹਿੰਦੇ ਉਹਦੇ ਨਾਲ ਕੀ ਹੋਇਆ, ਕਲੋਨੀਅਲਿਜ਼ਮ ਹੁੰਦਾ ਬੇਟਾ ਬਸਤੀਵਾਦ, ਠੀਕ ਹੈ ਜੀ, ਬਸਤੀਵਾਦ ਸੀਗਾ ਜਿਹੜਾ ਉਹਦੀ ਗਰੋਥ ਹੋਈ, ਉਹ ਅੱਗੇ ਵਧਿਆ। ਦ ਫੈਕਟਰੀਜ਼ ਵਰ ਪ੍ਰੋਡਿਊਸਿੰਗ ਗੁਡਸ, ਕਿ ਜਿਹੜੀਆਂ ਫੈਕਟਰੀਜ਼ ਸੀਗੀਆਂ ਹੁਣ ਉਹ ਕੀ ਕਰਦੀਆਂ ਨੇ, ਗੁਡਸ ਤਾਂ ਪ੍ਰੋਡਿਊਸ ਕਰ ਰਹੀਆਂ ਨੇ, ਕਾਹਦੇ ਉੱਪਰ, ਵੱਡੇ ਪੱਧਰ ਦੇ ਉੱਪਰ। ਫॉर ਦੀਜ਼ ਗੁਡਸ ਟੂ ਬੀ ਸੋਲਡ, ਅਗਰ ਇਹਨਾਂ ਗੁਡਸ ਨੂੰ, ਇਹਨਾਂ ਵਸਤੂਆਂ ਨੂੰ ਕਹਿੰਦੇ ਵੇਚਣਾ, ਅ ਲਾਰਜ ਮਾਰਕੀਟ ਵਾਜ਼ ਨੀਡਡ, ਤਾਂ ਉਹਦੇ ਲਈ ਇੱਕ ਵੱਡੇ ਪੱਧਰ ਦੀ ਮਾਰਕੀਟ ਵੀ ਚਾਹੀਦੀ ਆ, ਠੀਕ ਹੈ ਜੀ। ਦ ਫੈਕਟਰੀ ਆਲਸੋ ਨੀਡਡ ਰॉ ਮਟੀਰੀਅਲ, ਹੁਣ ਕੀ ਹੈ ਬੇਟਾ, ਫੈਕਟਰੀ ਨੂੰ ਰॉ ਮਟੀਰੀਅਲ ਵੀ ਚਾਹੀਦਾ। ਰॉ ਮਟੀਰੀਅਲ ਹੁੰਦਾ ਹੈ ਕੱਚਾ ਮਾਲ, ਠੀਕ ਹੈ ਜੀ, ਜਿਵੇਂ ਰॉ ਕਾਟਨ, ਅਗਰ ਕੱਪੜਾ ਬਣਾਉਣਾ ਹੈ ਤਾਂ ਰॉ ਕਾਟਨ ਚਾਹੀਦੀ ਆ। ਆਇਰਨ ਦੀ ਔਰ, ਮਤਲਬ ਅਗਰ ਲੋਹੇ ਦੀਆਂ ਕੋਈ ਚੀਜ਼ਾਂ ਬਣਾਉਣੀਆਂ ਨੇ, ਵਸਤੂਆਂ ਬਣਾਉਣੀਆਂ ਨੇ ਤਾਂ ਆਇਰਨ ਔਰ ਚਾਹੀਦੀ ਆ, ਉਸੇ ਤੋਂ ਬਣੇਗਾ। ਐਂਡ ਕੋਲ ਔਨ ਅ ਲਾਰਜ ਸਕੇਲ, ਕਹਿੰਦੇ ਵੱਡੇ ਪੱਧਰ ਦੇ ਉੱਪਰ ਇਹਨਾਂ ਚੀਜ਼ਾਂ ਦੀ ਡਿਮਾਂਡ ਹੋਈ। ਦਿਸ ਪ੍ਰਮੋਟਡ ਬ੍ਰਿਟੇਨ ਐਂਡ ਅਦਰ ਯੂਰੋਪੀਅਨ ਕੰਟਰੀਜ਼, ਇਹਨੇ ਕੀ ਕਰਤਾ, ਠੀਕ ਹੈ ਜੀ, ਮਤਲਬ ਜਿਹੜੀ ਬ੍ਰਿਟੇਨ ਦੇ ਜਿਹੜੇ ਲੋਕ ਸੀਗੇ, ਠੀਕ ਹੈ ਜੀ, ਜਾਂ ਫਿਰ ਹੋਰ ਯੂਰੋਪੀਅਨ ਕੰਟਰੀਜ਼ ਕਹਿ ਲਓ ਤੁਸੀਂ, ਉਹਨਾਂ ਨੇ ਕੀ ਕਰਨਾ ਸ਼ੁਰੂ ਕਰਤਾ, ਵੱਡੇ ਪੱਧਰ ਦੇ ਉੱਪਰ ਇਸ ਚੀਜ਼ 'ਚ ਇੰਟਰਸਟ ਲੈਣਾ ਸ਼ੁਰੂ ਕਰਤਾ। ਵੱਡੇ ਪੱਧਰ ਦੇ ਉੱਪਰ ਉਹਨਾਂ ਨੇ ਇੰਟਰਸਟ ਲੈਣਾ ਸ਼ੁਰੂ ਕਰਤਾ, ਠੀਕ ਹੈ ਜੀ। ਜਿਹੜੀਆਂ ਮਤਲਬ ਬ੍ਰਿਟੇਨ ਸੀਗੀ ਅਤੇ ਬਾਕੀ ਯੂਰਪੀਅਨ ਕੰਟਰੀਜ਼ ਸੀਗੀਆਂ, ਉਹਨਾਂ ਨੇ ਕੀ ਕੀਤਾ, ਕਹਿੰਦੇ ਟੂ ਸਰਚ ਓਵਰਸੀਜ਼ ਫॉर ਕਲੋਨੀਜ਼ ਐਜ਼ ਅ ਮਾਰਕੀਟ ਫॉर ਦ ਫਿਨਿਸ਼ਡ ਗੁਡਸ। ਫਿਨਿਸ਼ਡ ਗੁਡ ਹੁੰਦਾ ਬੇਟਾ ਜਿਹੜੀ ਮਤਲਬ ਫਾਈਨਲ, ਮਤਲਬ ਚੰਗੀ ਤਰ੍ਹਾਂ ਪ੍ਰਪੇਅਰ ਹੋਈਆਂ ਜਿਹੜੀਆਂ ਵਸਤੂਆਂ ਨੇ, ਠੀਕ ਹੈ ਜੀ, ਉਹਨਾਂ ਨੂੰ ਕੀ ਕਰਨ ਦੇ ਲਈ, ਵਿਦੇਸ਼ੀ ਮਾਰਕੀਟ ਦੇ ਵਿੱਚ ਵੇਚਣ ਲਈ। ਓਵਰਸੀਜ਼ ਹੁੰਦਾ ਹੈ ਵਿਦੇਸ਼ੀ,
ठीक है, एंड एज अ सोर्स ऑफ रॉ मटीरियल। तो किहदी खोज करनी शुरू करती, मतलब उन्होंने रॉ मटीरियल भी चाहिए, ठीक है, उहदी भी खोज करनी शुरू करती। नैक्सट है जी द अमेरिकन एंड फ्रेंच रेवोल्यूशनस एंड नैशनलिज्म। हाँ जी, अमरीका तो फ्रेंच के जोड़े रेवोल्यूशनस होए ने उन्होंने क्रांति हुई आ, तो किद्दां कहंदे जिहड़ा एक किद्दां कहने आपां देश भगती की भावना वाला जिहड़ा क्रांतिकारी युग है, ये किद्दां आया। कहंदे दी अमरीकन एंड फ्रेंच रेवोल्यूशनस एंड द आइडल्स ऑफ लिबर्टी इक्वैलिटी एंड फर्टेनिटी दे अडोप्टड। की कहते हैं, कहते जिहड़े मतलब अमरीका ते फ्रेंच के रेवोल्यूशनस होए, जिहड़ियां क्रांतियां आईयां ने, ठीक है जी, कहते इन्हां दे आइडल की सी, लिबर्टी सीगा। लिबर्टी की हुंदा बेटा, फ्रीडम रिलेटेड आ गया। इक्वैलिटी समानता वाला। फर्टेनिटी मतलब हुंदा है ग्रुप ऑफ पीपल हुंदा जिहड़े सेम वर्क करदे आ, ठीक है जी। जदों इन्हां ने अडोप्ट किया चेंज द लाइफ ऑफ मिलियंस ऑफ पीपल, तो ये नाल की होया, कहंदे जिहड़े मिलियंस ऑफ पीपल सीगे, खरबां दी अरबां खरबां दी गिनती च जिहड़े लोग सीगे, ठीक है जी, उन्हां दी रहनी सहनी बदल गई पूरे संसार दे विच। दे इंस्पायर्ड द पीपल ऑफ मैनी कंट्रीज टू रिबेल अगेंस्ट डोमीनेशन। तो उन्होंने की किया, इंस्पायर हुंदा है किसी नूं प्रेरणा देना, ठीक है जी, मतलब काफ़ी सारी जिहड़ी कंट्रीज़ के लोग सीगे, बहुत सारे उन्होंने की किया, उन्होंने डोमीनेशन। डोमीनेशन हुंदा बेटा जिहड़ा ग्रुप थोड़े तो लोअर है उन्होंने दबाउणा, ठीक है जी, कि डोमीनेशन के अगेंस्ट तुसीं लड़ो, उन्होंने प्रेरित किया। एंड एक्सप्लोटेशन, एक्सप्लोटेशन मतलब हुंदा है शोषण करना, किसी ते अत्याचार करना। एंड टू फाइट फॉर फ्रीडम, कहंदे आज़ादी दे लई लड़ो ते डेमोक्रेसी दे लई लड़ो। कहंदे दीज रेवोल्यूशन लीड टू द ग्रोथ ऑफ अनदर पावरफुल मूवमेंट इन द 19th सेंचुरी। कहंदे जिहड़ा यह क्रांति सीगी, इहदे रिजल्ट करके इस क्रांति करके कहंदे एक होर पावरफुल जिहड़ी मूवमेंट सीगी, एक होर शक्तिशाली लहर आ गई 19वीं सदी दे विच यूरोप के लोगों के विच, जिन्हों नैशनलिज्म का नाम दिता गया, ठीक है जी। नैशनलिज्म इज़ अ स्ट्रोंग फीलिंग ऑफ लव। जिहड़ा नैशनलिज्म सीगा, कहंदे ये की आ, लव की स्ट्रोंग फीलिंग सीगी, जिस दे विच की सीगा, लव सीगा, प्राइड सीगा, लॉयल्टी सीगी उन्हां पीपल्स लई दैट पीपल हैव फॉर देयर कंट्री, कि जी वो अपने देश नूं प्यार करदे आ, उहदे उपर उन्हां नूं माण महसूस आ, ते वो अपने देश दे लई पूरा लॉयल नेंगे, ठीक है जी। कहंदे इट इंस्पायर्ड इंडियंस। हाँ जी, हुण जिहड़े इंडियन लोग ने जदों उन्होंने देखा भी यूरोप दे विच यह लहर दौड़ गई, ठीक है जी, इहदे नाल वो भी प्रेरित होए। इन द लेट 19th सेंचुरी, कहने 19वीं सदी के अंत दे विच जां एंड दे विच कह लो, टू फाइट फॉर इंडिपेंडेंस, कहंदे वो आज़ादी दे लई लड़े कि ब्रिटिश रूल तो असीं की होना है, आज़ाद होना है।